ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਨਾਵਾਂ। ਯਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਟਰੈ। ਯਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਟਰੈ। ਰਹਾਉ ਮਦ ਮਾਇਆ ਕੈ ਭਇਓ ਬਾਵਰੋ, ਹਰ ਜਸ ਨਹਿ ਉਚਰੈ। ਕਰ ਪਰਪੰਚ ਜਗਤ ਕੋ ਡਹਿਕੈ, ਆਪਣੋ ਉਦਰ ਭਰੈ। ਸਵਾਨ ਪੂਛ ਜਿਉ ਹੋਏ ਨਾ ਸੂਧੋ, ਕਹਿਓ ਨਾ ਕਾਨ ਧਰੈ। ਕਹੋ ਨਾਨਕ ਭਜ ਰਾਮ ਨਾਮ, ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਸਵਾਨ ਪੂਛ ਜਿਉ ਹੋਏ ਨਾ ਸੂਧੋ, ਕਹਿਓ ਨਾ ਕਾਨ ਧਰੈ।
ਕਹੋ ਨਾਨਕ ਭਜ RAM ਨਾਮ ਨਿਤ ਜਾਤੇ ਕਾਜ ਸਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜਗ ਦੀ ਜੋਤ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਕਿਰਪਾਲਤਾ ਸਦਕਾ ਇਹ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਦੀਨ ਦਿਆਲ ਸਤਿਗੁਰੂ ਧਰਮ ਦੇ ਆਸਰਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ 400 ਸਾਲਾ ਪਵਿੱਤਰ ਅਵਤਾਰ ਗੁਰਪੁਰਬ ਬਹੁਤ ਸ਼ਰਧਾ ਤੇ ਪਿਆਰ ਨਾਲ ਸਰਬੱਤ ਸੰਗਤਾਂ ਨੇ ਮਨਾਇਆ ਹੈ। ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸ਼ਤਾਬਦੀ ਪ੍ਰਕਾਸ਼ ਗੁਰਪੁਰਬ ਹੋਣ ਕਰਕੇ ਸੰਗਤਾਂ ਨੇ ਮੰਗ ਕੀਤੀ ਸੀ ਕਿ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਕਥਾ ਹੈ ਉਹ ਜ਼ਰੂਰ ਸੰਗਤਾਂ ਨੂੰ ਸੁਣਾਈ ਜਾਵੇ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਪਵਿੱਤਰ ਜੋ ਗੌੜੀ ਰਾਗ ਦੇ ਅੰਦਰ ਮਹਾਰਾਜ ਜੀ ਦੇ ਸ਼ਬਦ ਪ੍ਰਾਰੰਭ ਹੁੰਦੇ ਹਨ, ਉਥੋਂ ਕਥਾ ਪ੍ਰਾਰੰਭ ਹੋਈ ਸੀ। ਜਦੋਂ ਆਸਾ ਰਾਗ ਦਾ ਜੋ ਇੱਕ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ, ਉਸ ਦੀ ਸੰਪੂਰਨਤਾ ਤੋਂ ਇਹ ਰਾਗ ਦੇਵਗੰਧਾਰੀ ਵਿੱਚ ਮਹਾਰਾਜ ਜੀ ਦਾ ਪਹਿਲਾ ਸ਼ਬਦ ਹੋਇਆ ਸੀਗਾ, ਜੋ ਆਪਾਂ ਦੁਬਾਰਾ ਅੱਜ ਕਥਾ ਫਿਰ ਸਰਵਣ ਕਰਾਂਗੇ। ਉਪਰੰਤ ਦਾਸ ਦੀ ਸਿਹਤ ਢਿੱਲੀ ਹੋ ਗਈ ਸੀ। ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ। ਆਪ ਸੰਗਤਾਂ ਨੇ ਬਹੁਤ ਕਿਰਪਾ ਰਹਿਮਤ ਕੀਤੀ। ਸਤਿਗੁਰਾਂ ਜੀ ਨੇ ਸਿਹਤਯਾਬੀ ਬਖਸ਼ਿਸ਼ ਕੀਤੀ। ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਦੀ ਜੋ ਕਥਾ ਆਪਾਂ ਅਰਦਾਸ ਕਰਕੇ ਆਰੰਭ ਕੀਤੀ ਸੀ, ਸਿੰਘਾਂ ਦੀ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜੋ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਉਹ ਜ਼ਰੂਰ ਸੰਪੂਰਨ ਹੋਵੇ। ਤੋ ਸੰਗਤਾਂ ਦੀ ਇੱਛਾ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਕਥਾ ਫਿਰ ਆਰੰਭ ਹੋ ਰਹੀ ਹੈ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਆਪ ਮਿਹਰ ਕਰਕੇ ਸਤਿਗੁਰੂ ਜੀ ਸੰਪੂਰਨ ਕਰਵਾਉਣ। ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਅੰਮ੍ਰਿਤ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਪਿਆਰ ਨਾਲ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਗਰੀਬ ਨਵਾਜ ਸ਼ਬਦ ਦੀ ਪ੍ਰਾਰੰਭਤਾ ਵਿੱਚ, ਕਿਉਂਕਿ ਰਾਗ ਦੇ ਅੰਦਰ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ, ਇਸ ਕਰਕੇ ਇਸ ਰਾਗ ਦੇ ਸ਼ਬਦਾਂ ਦੇ ਆਰੰਭ ਵਿੱਚ
ਸੱਚੇ ਪਾਤਸ਼ਾਹ ਬੀਜ ਮੰਤਰ ਗਰੀਬ ਨਿਵਾਜ ਸਤਿਗੁਰੂ ਜੀ ਉਚਾਰਨ ਕਰਦੇ ਹੈ। ਅਦਵੈਤ ਸਰੂਪ ਵਾਹਿਗੁਰੂ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ। ਰਾਗ ਦੇਵ ਗੰਧਾਰੀ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਦੇਵ ਗੰਧਾਰੀ ਦੇ ਅੰਦਰ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹੈ। ਅੰਮ੍ਰਿਤ ਪਵਿੱਤਰ ਗੁਰਬਾਣੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਥ ਵਾਲੀ ਸਤਿਗੁਰਾਂ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਿਤਾ ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਮਹਾਰਾਜ ਜੀ ਨੇ ਕ੍ਰਮਵਾਰ ਰਾਗਾਂ ਵਿੱਚ ਸਤਿਗੁਰਾਂ ਜੀ ਨੇ ਦਰਜ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਮੰਗਲਾ ਚਰਨ ਗਰੀਬ ਨਵਾਜ ਜੀ ਨੇ ਧਰਨਾ ਕੀਤੇ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇਵ ਗੰਧਾਰੀ ਰਾਗ ਦੇ ਅੰਦਰ ਸਤਿਗੁਰੂ ਜੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਮਹਾਰਾਜ ਸਿੱਖਿਆ ਦਿੰਦੇ ਹਨ। ਯਹ ਮਨ ਨੈਕ ਨਾ ਕਹਿਓ ਕਰੈ। ਹਜੂਰ ਮਨ ਦੀ ਹਾਲਤ ਦਿਖਾਉਂਦੇ ਐ। ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਐ ਕਿ ਜੋ ਗੁਰੂ ਉਪਦੇਸ਼ ਹੈ ਨਾ, ਉਹ ਕਹਿਆ ਹੋਇਆ ਉਪਦੇਸ਼ ਇਹ ਮਨ ਥੋੜਾ ਜਿੰਨਾ ਵੀ ਧਾਰਨ ਨਹੀਂ ਕਰਦਾ। ਉਪਦੇਸ਼ ਸੁਣਦਾ ਹੈ ਕੰਨਾਂ ਨਾਲ ਤੇ ਮਨ ਦੇ ਅੰਦਰ ਨਿਰਣਾ ਵੀ ਕਰ ਲੈਂਦਾ ਹੈ ਕਿ ਗੁਰੂ ਸਾਹਿਬ ਠੀਕ ਕਹਿੰਦੇ ਹੈ, ਪਰ ਫਿਰ ਵੀ ਇਹ ਮਨ ਹਜੂਰ ਦੇ ਕਹੇ ਹੋਏ ਉਪਦੇਸ਼ ਦੇ ਮੁਤਾਬਕ ਕਰਮ ਨਹੀਂ ਕਰਦਾ। ਉਸ ਕਰਮ ਦੇ ਕਰਨ ਤੋਂ ਫਿਰ ਆਲਸ ਕਰਦਾ ਹੈ, ਆਸਮਰੱਥ ਹੋ ਜਾਂਦਾ ਹੈ। ਇਹਨਾਂ ਢੀਠਤਾਈ ਨੂੰ ਧਾਰਨ ਕਰ ਚੁੱਕਿਆ ਕਿ ਕੰਨਾਂ ਨਾਲ ਸੁਣਦਿਆਂ ਹੋਇਆਂ ਵੀ ਨੈਕ ਥੋੜਾ ਜਿੰਨਾ ਵੀ ਗੁਰੂ ਜੀ ਦੀ ਸਿੱਖਿਆ ਨੂੰ ਇਹ ਧਾਰਨ ਨਹੀਂ ਕਰਦਾ। ਯਹ ਮਨ ਨੈਕ ਨਾ ਕਹਿਓ ਕਰੈ। ਇਹ ਜਿਹੜਾ ਮਨ ਹੈ ਨਾ, ਸਤਿਗੁਰੂ ਜੀ ਕਹਿੰਦੇ ਆ ਸਿੱਖੋ, ਇਹ ਵੀ ਸਤਿਗੁਰਾਂ ਜੀ ਨੇ ਪਵਿੱਤਰ ਸ਼ਬਦ ਬਾਬਾ ਬਕਾਲਾ ਸਾਹਿਬ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਜਦੋਂ ਪੁੱਛਿਆ, ਮਹਾਰਾਜ ਜੀ ਸਾਡਾ ਮਨ ਕਿਉਂ ਨਹੀਂ ਢਲਦਾ ਵਾਹਿਗੁਰੂ ਦੇ ਪ੍ਰੇਮ ਵਿੱਚ, ਮਹਾਰਾਜ ਇਹ ਪੱਥਰ ਮਨ ਇਹਦੇ ਤੇ ਕਿਉਂ ਨਹੀਂ ਅਸਰ ਹੁੰਦਾ? ਤਾਂ ਸਤਿਗੁਰੂ ਜੀ ਸਿੱਖਿਆ ਦਿੰਦੇ ਆ। ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ ਉਪਦੇਸ਼ ਹੈ ਅੰਮ੍ਰਿਤ ਵੇਲੇ ਦੇ ਜਾਗਣ ਦਾ। ਮਹਾਰਾਜ ਜੀ ਦਾ ਕਿਹਾ ਹੋਇਆ ਉਪਦੇਸ਼ ਹੈ ਨਾਮ ਦੇ ਜਪਣ ਦਾ, ਹੱਥੀਂ ਸੇਵਾ ਦੇ ਕਰਨ ਦਾ। ਸਤਿਗੁਰੂ ਜੀ ਕਹਿੰਦੇ ਆ ਇਹ ਮਨ ਤਾਂ ਭਾਈ ਥੋੜਾ ਜਿੰਨਾ ਵੀ ਗੁਰੂ ਜੀ ਦੇ ਉਪਦੇਸ਼ ਦੇ ਕਹੇ ਮੁਤਾਬਕ ਕਰਦਾ ਹੀ ਨਹੀਂ ਕਰਮ, ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਦਾ। ਜੇ ਕਮਾਉਂਦਾ ਵੀ ਹੈ ਤੇ ਫਿਰ ਬਾਹਰੋਂ ਦਿਖਾਵੇ ਨਾਲ ਕਰਦਾ ਹੈ। ਦਿਖਾਵੇ ਨਾਲ ਜਪਿਆ ਹੋਇਆ ਨਾਮ, ਦਿਖਾਵੇ ਨਾਲ ਕੀਤੀ ਹੋਈ ਸੇਵਾ ਕਿਵੇਂ ਇਹਦੀ ਕਲਿਆਣ ਕਰ ਸਕਦੀ ਹੈ? ਜਦੋਂ ਕਿ ਸੰਸਾਰ ਨੂੰ ਭਰਮਾ ਰਿਹਾ ਹੈ, ਤੇ ਜੇਕਰ ਕਿ ਸੰਸਾਰ ਨੂੰ ਹੀ ਭਰਮਾ ਰਿਹਾ ਹੈ ਤਾਂ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਕਿਵੇਂ ਖੁਸ਼ ਹੋ ਸਕਦੇ ਹੈ? ਇਹ ਮਨ ਵਾਹਿਗੁਰੂ ਜੀ ਨੂੰ ਸਾਖਿਆਤ ਨਹੀਂ ਜਾਣਦਾ। ਵਾਹਿਗੁਰੂ ਜੀ ਨੂੰ ਜਿਹੜਾ ਹੈ ਹੋਂਦ ਕਰਕੇ, ਉਹਨਾਂ ਦੀ ਹਸਤੀ ਕਰਕੇ ਨਹੀਂ ਸਪਰਸ਼ ਕਰਦਾ, ਜਿਸ ਕਰਕੇ ਕਿ ਸੰਸਾਰ ਨੂੰ ਗੁਰਮੁਖ ਬਣ ਕੇ ਵਿਖਾਉਣਾ ਚਾਹੁੰਦਾ ਹੈ। ਸੰਸਾਰ ਨੂੰ ਆਪਣੇ ਸ਼ੁਭ ਗੁਣ ਪ੍ਰਗਟ ਕਰਕੇ ਦਿਖਾਉਣਾ ਚਾਹੁੰਦਾ ਹੈ। ਪਰ ਸਤਿਗੁਰੂ ਜੀ ਤੇ ਸਿੱਖਿਆ ਦਿੰਦੇ ਹੈ ਆਪਣੇ ਗੁਣਾਂ ਨੂੰ ਛੁਪਾਉਣਾ ਚਾਹੀਦਾ, ਆਪਣੇ ਔਗਣ ਜ਼ਾਹਰ ਕਰ ਦੇਣੇ ਚਾਹੀਦੇ ਹੈ। ਮਹਾਰਾਜ ਤਾਂ ਸਿੱਖਿਆ ਦਿੰਦੇ ਹੈ ਕਿ ਨਾਮ ਜਿਹੜਾ ਹੈ ਉਹ ਜਪਣ ਲੱਗਿਆਂ ਦਿਖਾਵਾ ਨਹੀਂ ਕਰੀਦਾ, ਜਿਹੜਾ ਹੈ ਕਰਨੀ ਜ਼ਿਆਦੀ ਹੋਣੀ ਚਾਹੀਦੀ ਹੈ, ਦਿਖਾਵਾ ਨਹੀਂ ਹੋਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਹੈ ਸੇਵਾ ਕਰਨੀ ਹੈ ਤੇ ਸਰੀਰ ਕਰਕੇ ਜਦੋਂ ਸੇਵਾ ਕਰਦਾ
ਤਾਂ ਫਿਰ ਵੀ ਦਿਖਾਵਾ ਨਾ ਕਰ। ਮਨ ਕਰਕੇ ਪ੍ਰੀਤ ਨਾਲ ਨਾਮ ਜਪ, ਮਨ ਦੀ ਪ੍ਰੀਤ ਨਾਲ ਸੇਵਾ ਕਰ। ਪਰ ਇਹ ਮਨ ਜਿਹੜਾ ਹੈ, ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਨੈਕ ਥੋੜਾ ਜਿੰਨਾ ਵੀ ਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਹਜੂਰ ਦਾ ਕਿਹਾ ਹੋਇਆ ਜਿਹੜਾ ਉਪਦੇਸ਼ ਹੈ ਉਹਦੇ ਮੁਤਾਬਕ ਕਰਦਾ ਹੀ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਇੰਨਾ ਇਹ ਢੀਠਤਾਈ ਨੂੰ ਧਾਰਨ ਕਰ ਚੁੱਕਿਆ ਹੈ, ਬਾਹਰੋਂ ਵਿਖਾਵਾ ਕਰਦਾ ਹੋਇਆ ਦਿਖਾਉਂਦਾ ਕਿ ਗੁਰੂ ਉਪਦੇਸ਼ ਕਮਾ ਰਿਹਾ ਹਾਂ, ਪਰ ਮਹਾਰਾਜ ਕਹਿੰਦੇ ਆ ਪ੍ਰੀਤ ਨਾਲ, ਮਨ ਦੇ ਲਗਾਵ ਨਾਲ ਗੁਰੂ ਜੀ ਦੀ ਸਿੱਖਿਆ ਨੂੰ ਇਹ ਨਹੀਂ ਕਮਾਉਂਦਾ। ਥੋੜਾ ਜਿੰਨਾ ਵੀ ਜਿਹੜਾ ਹੈ ਸਤਿਗੁਰੂ ਜੀ ਦੇ ਉਪਦੇਸ਼ ਨੂੰ, ਕਹੀ ਹੋਈ ਸਿੱਖਿਆ ਨੂੰ ਇਹ ਧਾਰਨ ਨਹੀਂ ਕਰਦਾ। ਇਹ ਮਨ ਸੀਖ ਸਿਖਾਏ ਰਹਿਓ ਆਪਣੀ ਸੀ। ਆਪਣੀ ਤਰਫੋਂ ਬਹੁਤ ਸਿੱਖਿਆ ਵੀ ਸਿਖਾਉਂਦਾ ਹੈ। ਜੀਵ ਇਸ ਮਨ ਨੂੰ ਯਤਨ ਕਰਦਾ ਹੈ ਕਿ ਵੇਖ ਕਿੰਨਾ ਸੋਹਣਾ ਉਪਦੇਸ਼ ਹੈ, ਚਾਹੇ ਕਿੰਨੇ ਵੇਦਾਂ ਦੀ ਸਿੱਖਿਆ ਸੁਣਦਾ ਹੈ, ਸ਼ਾਸਤਰਾਂ ਦੀ ਸਿੱਖਿਆ ਸੁਣਦਾ ਹੈ, ਬੜੇ ਬੜੇ ਜਿਹੜੇ ਸਿੱਖਿਆਦਾਇਕ ਗ੍ਰੰਥ ਨੇ, ਉਹਨਾਂ ਦੇ ਵਿੱਚੋਂ ਵੀ ਸ਼ੁਭ ਸਿੱਖਿਆ ਜਿਹੜੀ ਹੈ ਉਹ ਮਨ ਨੂੰ ਸਿਖਾ ਕਰਕੇ ਜਿਹੜਾ ਇਹ ਜਗਿਆਸਾ ਭਾਵ ਹੈ, ਜਦੋਂ ਜਗਿਆਸੂ ਨੂੰ ਮਨ ਦੇ ਉੱਤੇ ਝਾਤੀ ਪੈਂਦੀ ਹੈ ਨਾ, ਉਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਉਹ ਸਾਰੇ ਕਰਮ ਵਿਖਾਵੇ ਦੇ ਹੀ ਕੀਤੇ, ਅਜੇ ਤੱਕ ਮਨ ਤਾਂ ਕਾਬੂ ਨਹੀਂ ਆਇਆ, ਮਨ ਤਾਂ ਆਖੇ ਹੀ ਨਹੀਂ ਲੱਗਦਾ। ਫਿਰ ਜਗਿਆਸਾ ਭਾਵ ਤੋਂ ਅਰਦਾਸ ਨਿਕਲਦੀ ਹੈ, ਮਹਾਰਾਜ ਮੈਂ ਤਾਂ ਬਹੁਤ ਸਾਰੀ ਜਿਹੜੀ ਸੀਖ ਸਿੱਖਿਆ ਨਾ ਉਹ ਸਿਖਾ ਕਰਕੇ ਆਪਣੀ ਤਰਫੋਂ ਵੀ ਬੜਾ ਯਤਨ ਕੀਤਾ। ਜਦੋਂ ਇਹ ਸੁਣਦਾ ਕਥਾ ਉਦੋਂ ਇਹਦੇ ਤੇ ਬੜਾ ਅਸਰ ਹੁੰਦਾ ਹੈ ਕਿ ਅੱਛਾ ਹੁਣ ਜੀਵਨ ਕਮਾਇਆ ਕਰਾਂਗੇ। ਜਦੋਂ ਕਮਾਉਣ ਦਾ ਸਮਾਂ ਆਉਂਦਾ ਫਿਰ ਆਲਸ ਕਰਕੇ ਡਿੱਗ ਜਾਂਦਾ ਹੈ। ਐਸੀ ਬੁਰੀ ਹਾਲਤ ਹੈ ਆਪਣੀ ਤਰਫੋਂ ਵੀ, ਕਿਉਂਕਿ ਆਪਣੀ ਸਿਆਣਪ ਦਾ, ਆਪਣੇ ਸਰੀਰ ਦੇ ਜ਼ੋਰ ਦਾ, ਆਪਣੀਆਂ ਉਗਤੀਆਂ ਜੁਗਤੀਆਂ ਦਾ ਬੜਾ ਯਤਨ ਲਾਇਆ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸਿੱਖਿਆ ਵੀ ਸਿਖਾ ਕਰਕੇ ਆਪਣੀ ਤਰਫੋਂ ਇਹ ਦੱਸ ਕੇ ਮਨ ਨੂੰ ਕਿ ਵੇਖ ਮਹਾਰਾਜ ਕਿੰਨਾ ਉਪਦੇਸ਼ ਦਿੰਦੇ ਐ, ਤੂੰ ਸਤਿਗੁਰੂ ਦਾ ਉਪਦੇਸ਼ ਕਿਉਂ ਨਹੀਂ ਕਮਾਉਂਦਾ ਹੈ। ਦੁਰਮਤ ਤੇ ਨਾ ਟਰੈ। ਪਰ ਮਹਾਰਾਜ ਇਹ ਮੇਰਾ ਮਨ ਐਸਾ ਢੀਠ ਹੈ ਕਿ ਖੋਟੀ ਮਤ ਤੋਂ ਟਲਦਾ ਹੀ ਨਹੀਂ। ਫਿਰ ਜਦੋਂ ਕਿਤੇ ਖੋਟੀ ਮਤ ਇਹੋ ਜੀ ਭੈੜੀ ਹੈ, ਜਦੋਂ ਕਿਤੇ ਵਕਾਰ ਵੇਖਦਾ ਉਸੇ ਵੇਲੇ ਨੇਤਰ ਵਕਾਰਾਂ ਵੱਲ ਪ੍ਰਵਿਰਤ ਹੋ ਜਾਂਦੇ ਹੈ। ਮਨ ਉਸੇ ਵੇਲੇ ਹੀ ਵਕਾਰਾਂ ਦੇ ਫੁਰਨਿਆਂ ਵਿੱਚ ਰੁੜ ਜਾਂਦਾ ਹੈ। ਜਦੋਂ ਦੁੱਖ ਆਉਂਦਾ ਹੈ ਉਦੋਂ ਦੁੱਖ ਵਿੱਚ ਰੁੜ ਜਾਂਦਾ ਹੈ, ਸੁੱਖ ਆਉਂਦਾ ਤੇ ਪਦਾਰਥਾਂ ਵਿੱਚ ਰਸਾਂ ਵਿੱਚ ਲਪਟ ਜਾਂਦਾ ਹੈ। ਮਹਾਰਾਜ ਆਪ ਦੀ ਦਿੱਤੀ ਹੋਈ ਸਿੱਖਿਆ ਹੈ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੋ। ਮਹਾਰਾਜ ਆਪ ਨੇ ਸਿੱਖਿਆ ਦਿੱਤੀ ਹੈ ਕਿ ਸੁੱਖ ਤੇ ਦੁੱਖ ਨੂੰ ਦੋਵਾਂ ਨੂੰ ਬਰਾਬਰ ਕਰਕੇ ਜਾਣਨਾ ਚਾਹੀਦਾ ਹੈ। ਐਸੀ ਅਵਸਥਾ ਨੂੰ ਖੋਜਣਾ ਚਾਹੀਦਾ ਹੈ ਜੋ ਆਪ ਨੇ ਕਿਹਾ ਖੋਜੈ ਪਦ ਨਿਰਵਾਣਾ। ਨਿਰਵਾਣ ਪਦਵੀ ਜਿਹੜੀ ਦੁੱਖਾਂ ਤੋਂ ਰਹਿਤ ਪਦਵੀ ਹੈ, ਉਸ ਪਦਵੀ ਨੂੰ ਖੋਜਣਾ ਚਾਹੀਦਾ। ਇਹ ਮਹਾਰਾਜ ਸਿੱਖਿਆ ਸਿਖਾ ਕਰਕੇ ਆਪਣੀ ਤਰਫੋਂ ਵੀ ਮੈਂ ਦੱਸ ਕੇ ਇਸ ਮਨ ਨੂੰ ਕਿ ਵੇਖ ਲੈ ਸੰਸਾਰ ਤੇਰੇ ਨਾਲ ਨਹੀਂ ਨਿਭਣਾ, ਗੁਰੂ ਸਾਹਿਬ ਦਾ ਦਿੱਤਾ ਹੋਇਆ ਉਪਦੇਸ਼ ਹੀ ਤੈਨੂੰ ਪਾਰ ਉਤਾਰ ਸਕੇਗਾ। ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਹੀ ਤੈਨੂੰ ਕਲਿਆਣ ਪ੍ਰਾਪਤ ਹੋਵੇਗੀ। ਮਹਾਰਾਜ ਇਹੋ ਜੀ ਸਿੱਖਿਆ ਸਿਖਾ ਕਰਕੇ ਆਪਣੀ ਤਰਫੋਂ ਵੀ ਮਨ ਉਦੋਂ ਤਾਂ ਮੇਰੇ ਆਖੇ ਲੱਗ ਕੇ ਢਲ ਜਾਂਦਾ, ਪਰ ਮਹਾਰਾਜ ਜਦੋਂ ਇਹ ਕਿਤੇ ਵਕਾਰ ਵੇਖਦਾ ਸੰਸਾਰ ਵਿੱਚ, ਜਿੱਥੇ ਫਿਰ ਪ੍ਰੀਤ ਦੇ ਵਿੱਚ ਜੁੜ ਕਰਕੇ ਉਹਨਾਂ ਅਵਗੁਣਾਂ ਨੂੰ ਛੱਡ ਕਰਕੇ ਇਹ ਸਮੁੰਦਰ ਨੂੰ ਤਰਨ ਦਾ ਸਮਾਂ ਹੁੰਦਾ ਹੈ, ਮਹਾਰਾਜ ਉਦੋਂ ਫਿਰ ਦੁਰਮਤ ਵਿੱਚ ਖੋਟਾ ਪੈ ਕੇ ਤੇ ਉੱਥੇ ਹੀ ਇਹ ਗਰਕ ਜਾਂਦਾ ਹੈ। ਦੁਰਮਤ ਤੇ ਨਾ ਟਰੈ, ਖੋਟੀ ਮਤ ਤੋਂ ਇਹ ਟਲਦਾ ਹੀ ਨਹੀਂ। ਇਹੋ ਜੀ ਖੋਟੀ ਮਤ ਵੈ ਅੰਦਰ ਵਸੀ ਹੋਈ। ਸੱਚੇ ਪਾਤਸ਼ਾਹ ਮਹਾਰਾਜ ਇਹਨੂੰ ਸਿੱਖਿਆ ਦੇ ਕਰਕੇ
मैं हार गया, ये मेरा मन, यह मन नैक न कहो करै। थोड़ा जिन्ना भी मेरे कहे मुताबिक नहीं करता, क्योंकि जदों जग्यासा भाव हुंदा है उदों अजे प्रेम का प्रवाह नहीं पैंदा, ते जदों प्रेम का प्रवाह नहीं पिया हुंदा मन की डामाडोल अवस्था हुंदी है। कदे मन लग जांदा है, कदे हट जांदा है, कदे संसाराकार बिरती हो जाती है, कदे फिर बिरती ब्रह्माकार हुंदी है। कदे कदे इहो जिहा सुख अनुभव भी हुंदा है कि हौली हौली मन उस सुख नूं फिर चाहण लग जांदा है, मेहनत करदा है जग्यासा नाल, गुरु जी दे दिते हुए उपदेश ते निश्चा करदा है। फिर कदा समा आउंदा है जदों वाट मुकदी है, मंजिल सुख दी मिलदी है। सच्चे पातशाह महाराज दे ताई जिहड़े जग्यासा धार के ऐसी मन की बेबलता दसदे है, ये सतगुरु जी तो बिना कौन जग्यासा भाव की बेबलता बाहर कढ़ के दसे। ये गुरु तेग बहादुर साहब महाराज आप ही जग्यासा भाव विच जिहड़ी हालत हुंदी है मन की टेढ़ी, वो सतगुरु जी दसदे है कि मन जिहड़ा है वो आखे नहीं लगदा। ये जिहड़ा संसार विच खुबिया होया विकारां दे रस नूं भोग रहा है, वो भुलेखे का शिकार होया। इउं ही सोचदा है कि मन मेरे वसीकार है, जो मैं चाहां कर सकदा, मैं अपनी आज़ादी मुताबिक जी रहा हाँ। पर महाराज कहंदे नहीं, जीव उदों पता लगदा इसनूं जदों कोई जग्यासा इहदे अंदर जागदी है वाहिगुरू नूं मिलण दी। गुरु उपदेश जदों इसनूं कन्नां नूं सुणन नूं मिलदा ना, फिर इहनूं पता लगदा है कि मैं जिस मन की बाबत सोच रहा सा कि मैं अपनी मर्जी करदा, नहीं असल विच मन तेरे आखे ही नहीं लगदा। तू अपनी मर्जी नहीं करदा, ये तेरी मर्जी मुताबिक चलदा नहीं। जे चलदा होवे तां गुरु जी दे उपदेश मुताबिक चला के विखाल, गुरु जी दे उपदेश मुताबिक इसनूं ढाल के वेख, नहीं टलना इसने, क्योंकि ये मन अमोड़ है। ये जग्यासा भाव विच जाके पता लगदा है। जिन्ना चिर तड़प ही नहीं जागी अंदर मिलण दी, ते मन का की पता लगना है। इसे करके महाराज ने कहा, इस तन में मन को गुरमुख देखा। इस तन दे अंदर जिहड़े मन दे भाव है ना, किसी गुरमुख नूं ही दिखाई दिंदे है। होर संसार नूं मन की पकड़ नहीं पैंदी है। मन का पता ही नहीं लगता है कि ये किहो जी इहदी हालत है, ते इहदा असला की है, इहदा विगड़ के रूप किहो जिहा हो गया, नहीं इसका पता लगता। जिन्ना चिर सतगुरु जी ना बुझाउण, महाराज ना किरपा करन, सच्चे पातशाह महाराज जग्यासा भाव दे विच जदों बिरथा हुंदी है मन दी, वो सतगुरु जी बाहर कढ़ के दिखालदे है कि भाई वेखो, ये मन तो थोड़ा जिन्ना भी गुरु जी का किया होया उपदेश कमाउंदा ही नहीं, करदा ही नहीं सतगुरु जी के उपदेश के मुताबिक। जे करदा है तो वह दिखावा है, विखाउण लई करदा है, अंदरों सच्ची प्रीत नाल कर्म नहीं करदा, अंदरों वाहिगुरू नाल प्यार पा के नाम नहीं जपदा। ते सतगुरु जी कहंदे ने, ऐ जी सिक्ख्या मन नूं सिखा सिखा के जग्यासा भाव दे अंदर जीव फिर थक जांदा है। महाराज मैं तो अपनी तरफों बहुत इनू सिक्ख्या सिखाई है, बहुत ज़्यादा जिमें बार बार समझाउणा हुंदा है, इवें इनू सिक्ख्या सिखाई है। पर पता नहीं महाराज दे अंदर खोटी बुद्धि किहो जी वसी हुई है कि खोटे कर्मां तो यह टलदा ही नहीं, बुरे कर्मां तो यह टलदा ही नहीं। यह जी इहदी बुरी हालत है। महाराज मेरा मन यह जिहा है, बड़ी सिक्ख्या दे दे के थक गया हाँ, अपनी तरफों समझा समझा के थक गया हाँ। पर महाराज ये खोटे काम तो, खोटी मत तो,
ਇਹ ਮਹਾਰਾਜ ਟਲਦਾ ਨਹੀਂ, ਭੈੜੇ ਫੁਰਨੇ ਇਹਦੇ ਹਟਦੇ ਨਹੀਂ ਹਨ। ਰਹਾਉ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਮਦ ਮਾਇਆ ਕੈ ਭਇਓ ਬਾਬਰੋ। ਮਹਾਰਾਜ ਇਹਦਾ ਕਾਰਨ ਕੀ ਹੈ? ਇੰਨਾ ਉਪਦੇਸ਼ ਸੁਣ ਕੇ ਵੀ ਦੁਰਮਤ ਖੋਟੀ ਬੁੱਧੀ ਕਿਉਂ ਨਹੀਂ ਨਾਸ਼ ਹੁੰਦੀ? ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸਲ ਵਿੱਚ ਇਹਨੂੰ ਉਪਦੇਸ਼ ਸੁਣਦਾ ਹੀ ਨਹੀਂ, ਬਾਹਰੋਂ ਹੀ ਸੁਣਦਾ ਹੈ, ਮਨ ਦੇ ਉੱਤੇ ਅਸਰ ਨਹੀਂ ਕਰਦਾ ਇਹਦੇ, ਇਹ ਢਲਦਾ ਨਹੀਂ ਉਪਦੇਸ਼ ਦੇ ਮੁਤਾਬਕ। ਮਹਾਰਾਜ ਉਹਦਾ ਕਾਰਨ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਮਦ ਮਾਇਆ ਕੈ ਭਇਓ ਬਾਬਰੋ। ਇਹ ਸ਼ਰਾਬ ਪੀ ਲਈ ਹੈ ਇਹਨੇ। ਹੁਣ ਜੇ ਕੋਈ ਨਸ਼ੇ ਵਿੱਚ ਹੋਵੇ ਤੇ ਉਹਨੂੰ ਉਪਦੇਸ਼ ਕਿਵੇਂ ਸੁਣਾਈ ਪੈ ਸਕਦਾ ਹੈ? ਤੇ ਜੇ ਸੁਣਦਾ ਤੇ ਸਮਝ ਕਿਵੇਂ ਸਕਦਾ ਹੈ? ਕਿਵੇਂ ਆਪਣੇ ਅੰਦਰ ਉਸ ਉਪਦੇਸ਼ ਨੂੰ ਜਿਹੜਾ ਹੈ ਉਹ ਜਜ਼ਬ ਕਰ ਸਕਦਾ ਹੈ? ਉਸ ਉਪਦੇਸ਼ ਦੇ ਮੁਤਾਬਕ ਕਿਵੇਂ ਆਪਣੇ ਜੀਵਨ ਨੂੰ ਢਾਲ ਸਕਦਾ ਹੈ? ਜਦੋਂ ਕਿ ਸ਼ਰਾਬ ਪੀਤੀ ਹੋਈ ਹੈ, ਨਸ਼ੇ ਵਿੱਚ ਧੁੱਤ ਹੈ, ਮਦ ਸ਼ਰਾਬ ਨੂੰ ਕਹਿੰਦੇ ਹੈ। ਮਹਾਰਾਜ ਕਹਿੰਦੇ ਨੇ ਇਸ ਜੀਵ ਨੇ ਨਾ ਮਾਇਆ ਦੇ ਸੁੱਖ ਦੀ ਸ਼ਰਾਬ ਪੀ ਲਈ ਹੈ, ਮਾਇਆ ਦਾ ਧੁੱਤ ਨਸ਼ਾ ਇਹਨੂੰ ਚੜਿਆ ਹੋਇਆ ਹੈ, ਜਿਸ ਕਰਕੇ ਮਦ ਮਾਇਆ ਕੈ ਭਇਓ ਬਾਬਰੋ। ਬਾਬਰਾ ਹੋ ਗਿਆ, ਕਮਲਾ ਹੋ ਗਿਆ। ਥੋੜਾ ਜਿੰਨਾ ਵੀ ਗੁਰੂ ਜੀ ਦਾ ਕਿਹਾ ਹੋਇਆ ਉਪਦੇਸ਼ ਉਹਦੇ ਮੁਤਾਬਕ ਨਹੀਂ ਇਹ ਕੰਮ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਮਹਾਰਾਜ ਕਹਿੰਦੇ ਕਮਲਾ ਹੈ, ਸ਼ੁਦਾਈ ਹੋ ਗਿਆ, ਕਿਉਂਕਿ ਇਹਨੇ ਮਾਇਆ ਦੇ ਸੁੱਖ ਦੀ ਸ਼ਰਾਬ ਪੀ ਲਈ ਹੈ। ਮਾਇਆ ਇਹਨੂੰ ਇੰਨਾ ਨਸ਼ਾ ਚਾੜੀ ਰੱਖਦੀ ਹੈ ਕਿ ਕਦਾ ਸੁਰਤੀ ਨਹੀਂ ਆਉਂਦੀ, ਰਾਤ ਦਿਨ ਇਸ ਨਸ਼ੇ ਵਿੱਚ ਧੁੱਤ ਰਹਿੰਦਾ ਹੈ। ਇਹ ਨਸ਼ਾ ਉਤਰ ਤਾਂ ਸਕਦਾ ਹੈ, ਪਰ ਇਸ ਨਸ਼ੇ ਨੂੰ ਉਤਾਰਨ ਦੀ ਵਿਧੀ ਇਹ ਜਾਣਨਾ ਹੀ ਨਹੀਂ ਚਾਹੁੰਦਾ। ਉਹਦੇ ਮੁਤਾਬਕ ਇਹ ਕਰਮ ਹੀ ਨਹੀਂ ਕਰਦਾ। ਤੇ ਜਿਵੇਂ ਜਿਵੇਂ ਮਾਇਆ ਆਪਣੇ ਸੁੱਖ ਦੇ ਫੁਰਨੇ ਫੋਰਦੀ ਹੈ, ਤਿਵੇਂ ਤਿਵੇਂ ਨਸ਼ਾ ਵਧੇਕ ਚੜ੍ਹਦਾ ਹੈ। ਜਿਵੇਂ ਜਿਵੇਂ ਫਿਰ ਇਹਦਾ ਸਪਰਸ਼ ਮਨ ਕਰਕੇ ਮਾਇਆ ਦਾ ਕਰਦਾ ਹੈ, ਤਿਵੇਂ ਤਿਵੇਂ ਜੀਵ ਨੂੰ ਸਰੂਰ ਦਿੰਦੀ ਹੈ, ਹਲੂਣੇ ਦਿੰਦੀ ਹੈ। ਤੇ ਇਹਦੇ ਹਲੂਣਿਆਂ ਵਿੱਚ, ਇਹਦੇ ਸਰੂਰ ਵਿੱਚ ਹੀ ਜੀਵ ਕਮਲਾ ਹੋਇਆ ਫਿਰਦਾ ਰਹਿੰਦਾ। ਜਿਸ ਕਰਕੇ ਕਿ ਮਹਾਰਾਜ ਕਹਿੰਦੇ ਨੇ ਯਹ ਮਨ ਨੈਕ ਨਾ ਕਹਿਓ ਕਰੈ। ਇਹ ਮਨ ਥੋੜਾ ਜਿਹਾ ਵੀ ਗੁਰੂ ਜੀ ਦਾ ਕਿਹਾ ਹੋਇਆ ਉਪਦੇਸ਼ ਉਹਦੇ ਮੁਤਾਬਕ ਨਹੀਂ ਕਰਮ ਕਰਦਾ। ਹਜ਼ੂਰ ਨੇ ਕਿਹਾ ਦਸਾਂ ਨੌਹਾਂ ਦੀ ਕਿਰਤ ਕਰਨੀ ਹੈ, ਮਾਇਆ ਇਹਦੇ ਕੋ ਵਲ ਛਲ ਕਰਾਉਂਦੀ ਹੈ, ਮਾਇਆ ਪਾਪ ਕਰਮ ਕਰਾਉਂਦੀ ਹੈ। ਮਾਇਆ ਦੇ ਸੁੱਖ ਉਹਨਾਂ ਨੂੰ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਬੁਰੇ ਕਰਮ ਨਹੀਂ ਇਹ ਜੀਵ ਕਰਦਾ। ਗੁਰੂ ਜੀ ਨੇ ਕਿਹਾ ਕਿ ਧਰਮ ਕਮਾਉਣਾ, ਧਰਮ ਦੀ ਸਿੱਖਿਆ ਮੁਤਾਬਕ ਆਪਣਾ ਜੀਵਨ ਜੀਵਣਾ, ਪਰ ਮਾਇਆ ਨੇ ਇੰਨਾ ਕਮਲਾ ਕਰ ਛੱਡਿਆ ਕਿ ਧਰਮ ਤਾਂ ਭੁੱਲ ਹੀ ਗਿਆ, ਦਸਾਂ ਨੌਹਾਂ ਦੀ ਕਿਰਤ ਭੁੱਲ ਹੀ ਗਈ। ਫਿਰ ਸਤਿਗੁਰੂ ਜੀ ਨੇ ਸਿੱਖਿਆ ਸਿਖਾਈ ਹੈ ਨਾ ਕਿ ਅੰਮ੍ਰਿਤ ਵੇਲੇ ਨਾਮ ਵਿੱਚ ਸੁਰਤ ਜੋੜਨੀ, ਪਰ ਉਹ ਵੀ ਇਹਨੂੰ ਸਿੱਖਿਆ ਭੁੱਲ ਹੀ ਗਈ ਹੈ ਨਾ ਮਹਾਰਾਜ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਕਾਰਨ ਇਹ ਆ ਗੁਰਸਿੱਖੋ ਮਦ ਮਾਇਆ ਕਾ ਭਇਓ ਬਾਬਰੋ। ਇਹ ਮਾਇਆ ਦੇ ਮਦ ਨਸ਼ੇ ਕਰਕੇ ਬਾਬਰਾ ਹੋ ਗਿਆ, ਕਮਲਾ ਹੋ ਗਿਆ, ਜਿਸ ਕਰਕੇ ਇਹਨੂੰ ਦੁਰਮਤੀ ਫੁਰਦੀ ਰਹਿੰਦੀ ਹੈ ਹਰ ਵੇਲੇ। ਖੋਟੀ ਬੁੱਧੀ ਇਹਦੀ ਨਾਸ਼ ਨਹੀਂ ਹੁੰਦੀ, ਮਾਇਆ ਖਤਮ ਨਹੀਂ ਹੋਣ ਦਿੰਦੀ, ਨਸ਼ਾ ਚਾੜ ਕੇ ਰੱਖਦੀ ਹੈ ਇਸ ਦੇ ਤਾਈਂ। ਹਰ ਜਸ ਨਹਿ ਉਚਰੈ। ਵਾਹਿਗੁਰੂ ਦਾ ਜਸ ਨਹੀਂ ਉਚਾਰਨ ਕਰਦਾ, ਨਸ਼ਾ ਹੈ ਨਾ, ਤਾਂ ਕਰਕੇ ਹਰੀ ਜਸ ਕਿਵੇਂ ਉਚਾਰਨ ਕਰੇ? ਮਾਇਆ ਦੇ ਨਸ਼ੇ ਵਿੱਚ ਮਾਇਆ ਦਾ ਹੀ ਜਸ ਕਰਦਾ ਹੈ ਜੀਵ। ਜਦੋਂ ਵਾਹਿਗੁਰੂ ਦੇ ਨਾਮ ਦਾ ਨਸ਼ਾ ਚੜ੍ਹਦਾ ਉਦੋਂ ਫਿਰ ਵਾਹਿਗੁਰੂ ਦਾ ਜਸ ਕਰਦਾ ਹੈ। ਇਹਨੂੰ ਨਸ਼ਾ ਹੀ ਜਿਹੜਾ ਮਾਇਆ ਨੇ ਚਾੜ ਛੱਡਿਆ ਇਹੋ ਜਿਹਾ, ਸਤਿਗੁਰੂ ਜੀ ਕਹਿੰਦੇ ਹਰੀ ਜਸ ਉਚਾਰਨ ਨਹੀਂ ਕਰਦਾ, ਜਿਸ ਕਰਕੇ ਕਿ ਮਨ ਢਲ ਜਾਵੇ, ਜਿਸ ਕਰਕੇ ਕਿ ਅੰਦਰੋਂ ਖੋਟੀ ਬੁੱਧੀ ਨਾਸ਼ ਹੋ ਜਾਏ। ਇਹ ਖੋਟੀ ਬੁੱਧੀ ਕਰਕੇ ਹੀ ਵਕਾਰ ਹਰ ਵੇਲੇ ਅੰਦਰ ਡੇਰਾ ਲਾਈ ਰੱਖਦੇ ਆ। ਖੋਟੀ ਬੁੱਧੀ ਕਰਕੇ ਹੀ ਵਾਸ਼ਨਾ ਇੰਨੀ ਪ੍ਰਬਲ ਹੋ ਜਾਂਦੀ ਹੈ ਕਿ ਮਨੁੱਖ ਨੂੰ ਇਨਸਾਨ ਤੋਂ ਸ਼ੈਤਾਨ ਬਣਾ ਦਿੰਦੀ ਹੈ। ਇਹ ਖੋਟੀ ਬੁੱਧੀ ਹੈ, ਜਿਸ ਕਰਕੇ ਕਿ ਆਪਣੇ ਇਸ਼ਟ ਦੇਵ ਦੇ ਪ੍ਰਤੀ ਵੀ ਭੈੜੇ ਫੁਰਨੇ ਅੰਦਰ ਫੋਰਦੀ ਰਹਿੰਦੀ ਹੈ। ਦੁਰਮਤ ਖੋਟੀ ਬੁੱਧੀ ਜਦੋਂ
ਜਗਿਆਸਾ ਭਾਵ ਹੁੰਦਾ ਹੈ, ਬਹੁਤ ਤੰਗ ਕਰਦੀ ਹੈ, ਬਹੁਤ ਜ਼ਿਆਦਾ ਜਗਿਆਸੂ ਨੂੰ ਭਟਕਾਉਂਦੀ ਹੈ। ਪਰ ਜਦੋਂ ਨਾਮ ਵਿੱਚ ਪ੍ਰੀਤ ਲੱਗ ਜੇ, ਹੌਲੀ ਹੌਲੀ ਵਾਹਿਗੁਰੂ ਦਾ ਜਸ ਉਚਾਰਨ ਕਰਦਿਆਂ ਹੋਇਆਂ ਫਿਰ ਨਸ਼ਾ ਉਤਰਦਾ ਹੈ। ਜਦੋਂ ਮਾਇਆ ਦਾ ਮਦ ਨਸ਼ਾ ਉਤਰਦਾ ਹੈ, ਨਾਲ ਹੀ ਕਮਲਪੁਣਾ ਹਟਦਾ ਹੈ। ਜਿਹੜਾ ਕਮਲਾ ਕਰ ਛੱਡਿਆ ਨਾ ਨਸ਼ੇ ਨੇ, ਇਹ ਫਿਰ ਬਾਵਰਪੁਣਾ ਕਮਲਾਪੁਣਾ ਜਦੋਂ ਹਟਦਾ ਹੈ, ਫਿਰ ਹਰੀ ਜਸ ਵਿੱਚ ਪ੍ਰੀਤ ਲੱਗਦੀ ਹੈ। ਮਨ ਫਿਰ ਗੁਰੂ ਜੀ ਦੀ ਕਹੀ ਹੋਈ ਸਿੱਖਿਆ ਦੇ ਮੁਤਾਬਕ ਢਲ ਜਾਂਦਾ ਹੈ। ਜੀਵਨ ਜਿਹੜਾ ਹੈ ਉਜਲ ਹੋ ਜਾਂਦਾ ਹੈ। ਫਿਰ ਅਵਿਦਿਆ ਦੀ ਰਾਤ ਬਤੀਤ ਹੁੰਦੀ ਹੈ। ਕਦ ਉਹ ਸਮਾਂ ਆਉਂਦਾ ਹੈ ਜਦੋਂ ਫਿਰ ਬ੍ਰਹਮ ਗਿਆਨ ਦਾ ਸੂਰਜ ਚੜ੍ਹ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਐਸੀ ਕਿਰਪਾ ਕਰਦੇ ਆ, ਤਰਸ ਕਰਦੇ ਆ। ਜਗਿਆਸਾ ਭਾਵ ਵਿੱਚ ਮਹਾਰਾਜ ਕਹਿੰਦੇ ਐਸੀ ਹਾਲਤ ਹੁੰਦੀ ਹੈ, ਮਦ ਮਾਇਆ ਕੈ ਭਇਓ ਬਾਵਰੋ, ਹਰ ਜਸ ਨਹਿ ਉਚਰੈ। ਵਾਹਿਗੁਰੂ ਦਾ ਜਸ ਨਹੀਂ ਉਚਾਰਨ ਕਰਦਾ, ਮਾਇਆ ਦੇ ਮਦ ਨਸ਼ੇ ਵਿੱਚ ਹੀ ਜੀਵ ਕਮਲਾ ਹੋ ਜਾਂਦਾ। ਜਿਵੇਂ ਹਜੂਰ ਧੰਨ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਨਾ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਹ ਤਾਂ ਗੁਰਮੁਖਾਂ ਨੂੰ ਫਿਰ ਨਿਗਾਹ ਵਿੱਚ ਆ ਗਿਆ ਕਿ ਸ਼ਦਾਈ ਹੋ ਗਿਆ, ਸਾਰਾ ਸੰਸਾਰ ਨਾਮ ਤੋਂ ਬਿਨਾਂ ਕਮਲਾ ਹੋ ਗਿਆ ਮਾਇਆ ਦੇ ਨਸ਼ੇ ਵਿੱਚ। ਕਰ ਪਰਪੰਚ ਜਗਤ ਕੋ ਡਹਿਕੈ। ਫਿਰ ਇਹ ਪਰਪੰਚ ਕਰਦਾ ਹੈ, ਵਿਖਾਵਾ ਕਰਦਾ ਮਨ। ਵਿਖਾਵਾ ਇੰਨਾ ਜ਼ਿਆਦਾ ਕਰਨੀ ਕੁਛ ਵੀ ਨਹੀਂ ਹੈ। ਤੇ ਉਸ ਵਿਖਾਵੇ ਨੂੰ ਕਰਦਾ ਕਿਉਂ ਹੈ? ਮਹਾਰਾਜ ਕਹਿੰਦੇ ਜਗਤ ਨੂੰ ਡਹਿਕਾ ਛੱਡਦਾ ਹੈ, ਜਗਤ ਦੇ ਜੀਆਂ ਨੂੰ ਧੋਖਾ ਦਿੰਦਾ ਹੈ। ਪਰ ਇਹ ਨਹੀਂ ਪਤਾ ਭੁੱਲੇ ਹੋਏ ਨੂੰ ਕਿ ਤੂੰ ਆਪੇ ਹੀ ਧੋਖੇ ਵਿੱਚ ਛਲਿਆ ਜਾ ਰਿਹਾ ਹੈ। ਮਾਇਆ ਤੈਨੂੰ ਛਲ ਰਹੀ ਹੈ, ਇਹ ਵਕਾਰ ਤੈਨੂੰ ਛਲ ਰਹੇ ਹੈ। ਪਰ ਮਹਾਰਾਜ ਕਹਿੰਦੇ ਨੇ ਮਾਇਆ ਦੇ ਵਿੱਚ ਫਸਿਆ ਹੋਇਆ ਕਰ ਪਰਪੰਚ, ਪਰਪੰਚ ਕਰਦਾ, ਦਿਖਾਵਾ ਕਰਦਾ। ਜੋ ਬਾਹਰੋਂ ਦਿਖਾਉਂਦਾ ਹੈ ਉਹ ਅੰਦਰ ਹੈ ਨਹੀਂ, ਤੇ ਜਗਤ ਨੂੰ ਛਲਦਾ ਹੈ। ਜਗਤ ਦੇ ਤਾਈਂ ਡਹਕਾ ਡਹਕਾਉਂਦਾ, ਭਾਵ ਭਟਕਾਉਂਦਾ ਹੈ ਜੀਆਂ ਨੂੰ। ਐਸੀ ਹਾਲਤ ਹੁੰਦੀ ਹੈ ਨਾ, ਜਿਹਨੂੰ ਆਪ ਨਹੀਂ ਰਾਹ ਪਤਾ, ਉਹਨੇ ਦੂਸਰੇ ਨੂੰ ਵੀ ਭਟਕਾ ਹੀ ਦੇਣਾ ਨਾ ਰਾਹ ਤੋਂ। ਦਿਖਾਵਾ ਕਰਦਾ ਸੰਤ ਪੁਣੇ ਦਾ, ਦਿਖਾਵਾ ਕਰਦਾ ਗੁਰਮੁਖ ਪੁਣੇ ਦਾ। ਪਰ ਇਹ ਤਾਂ ਪਰਪੰਚ ਵੈ ਨਾ, ਜੇ ਅੰਦਰ ਪ੍ਰੇਮ ਨਹੀਂ ਲੱਗਾ ਹੋਇਆ ਤਾਂ। ਤੇ ਫਿਰ ਜੇ ਦੂਸਰੇ ਨੂੰ ਰਾਹ ਦਿਖਾਵੇਗਾ, ਭਾਵ ਵਾਹਿਗੁਰੂ ਨੂੰ ਮਿਲਣ ਦਾ ਰਾਹ ਦੱਸੇਗਾ, ਤੇ ਆਪ ਨੂੰ ਤਾਂ ਪਤਾ ਨਹੀਂ। ਮਹਾਰਾਜ ਕਹਿੰਦੇ ਪਖੰਡ ਇਸ ਕਰਕੇ ਕਰਦਾ ਹੈ। ਕਿਉਂ ਕਰਦਾ ਹੈ? ਹਜੂਰ ਅੱਧੀ ਪੰਕਤੀ ਵਿੱਚ ਅੱਗੇ ਉੱਤਰ ਦਿੰਦੇ ਆ, ਆਪਨੋ ਉਦਰ ਭਰੈ। ਆਪਣੇ ਉਦਰ ਭਰਨ ਦੇ ਤਾਈਂ ਕਾਰਨ ਇਹ ਹੈ ਕਿ ਉਹਨੇ ਮਾਇਆ ਦਾ ਲਾਲਚ ਹੈ ਉੱਥੇ ਧਰਮ ਦੇ ਉਪਦੇਸ਼ ਦੇ ਅੰਦਰ ਵੀ ਦੇ ਤਾਂ ਰਿਹਾ ਉਪਦੇਸ਼ ਵਾਹਿਗੁਰੂ ਨੂੰ ਮਿਲਣ ਦਾ। ਪਰ ਮਹਾਰਾਜ ਕਹਿੰਦੇ ਅੰਦਰ ਉਹਦੇ ਪ੍ਰਯੋਜਨ ਕੀ ਹੈ? ਆਪਣੇ ਉਦਰ ਦੇ ਭਰਨ ਦਾ, ਕਿ ਮੈਨੂੰ ਇਹ ਖੁਸ਼ ਹੋ ਕਰਕੇ ਮੇਰਾ ਸ਼ਰਧਾਲੂ ਬਣ ਜੇ ਤੇ ਮੇਰਾ ਪ੍ਰੇਮੀ ਬਣ ਜੇ ਤੇ ਮਾਇਆ ਭੇਟ ਪਦਾਰਥ ਮੈਨੂੰ ਦਿਆ ਕਰੇ। ਇਹ ਮਹਾਰਾਜ ਕਹਿੰਦੇ ਦਿਖਾਵਾ ਹੈ ਬਾਹਰੋਂ ਗੁਰਮੁਖ ਬਣਨ ਦਾ, ਇਹ ਦਿਖਾਵਾ ਹੈ ਬਾਹਰੋਂ ਸੰਤ ਪੁਣੇ ਦਾ। ਕਾਰਨ ਵਿੱਚ ਕੀ ਹੈ? ਪ੍ਰਯੋਜਨ ਵਿੱਚ ਕੀ ਹੈ? ਪ੍ਰਯੋਜਨ ਇਹ ਤਾਂ ਨਹੀਂ ਕਿ ਵਾਹਿਗੁਰੂ ਦੇ ਪ੍ਰੇਮ ਦਾ ਪ੍ਰਯੋਜਨ ਹੈ। ਪ੍ਰਯੋਜਨ ਇਹ ਤਾਂ ਨਹੀਂ ਕਿ ਆਪ ਜਪੇ ਅਵਰਹ ਨਾਮ ਜਪਾਵੈ, ਇਹ ਪ੍ਰਯੋਜਨ ਹੈ ਨਹੀਂਗਾ। ਪ੍ਰਯੋਜਨ ਆਪਣੀ ਹਉਮੈ ਦਾ ਹੈ, ਪ੍ਰਯੋਜਨ ਆਪਣੀ ਹਸਤੀ ਨੂੰ ਬਣਾਉਣ ਦਾ ਹੈ, ਪ੍ਰਯੋਜਨ ਦਿਖਾਵੇ ਦਾ ਹੈ ਸਾਰਾ, ਤੇ ਮਾਇਆ ਦੀ ਪ੍ਰਾਪਤੀ ਦਾ ਹੈ ਕਿ ਮੇਰਾ ਉਦਰ ਭਰੇ, ਮੇਰਾ ਪੇਟ ਭਰ ਜਾਵੇ। ਜੇ ਇਹਨਾਂ ਚੀਜ਼ਾਂ ਤੋਂ ਹਟੇ ਫਿਰ ਵਡਿਆਈ ਦੀ ਭੁੱਖ ਬੜੀ ਹੁੰਦੀ ਹੈ, ਉਹਦੇ ਨਾਲ ਵੀ ਪੇਟ ਭਰਦਾ ਹੈ ਕਿ ਮੇਰੀ ਜੈ ਜੈਕਾਰ ਹੋਵੇ। ਇਹ ਪਖੰਡ ਕਰਕੇ, ਦਿਖਾਵਾ ਕਰਕੇ, ਹੈ ਤਾਂ ਸੰਤ ਹੈ ਨਹੀਂ, ਤੇ ਦਿਖਾਵਾ ਕਰ ਰਿਹਾ ਕਿ ਮੈਂ ਪੂਰਨ ਪੁਰਖ ਹਾਂ, ਮੈਂ ਗੁਰਮੁਖ ਹਾਂ, ਮੈਂ ਵਿਦਵਾਨ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੱਸੋ ਮਨ ਤੇ ਕਿਵੇਂ ਅਸਰ ਪਵੇ? ਜਦੋਂ ਆਪ ਹੀ ਨਹੀਂ ਕਮਾ ਰਿਹਾ ਤੇ ਆਪਣੇ ਮਨ ਤੇ ਹੀ ਅਸਰ ਨਹੀਂ ਪਿਆ, ਦੂਜੇ ਨੂੰ ਕੀ ਅਸਰ ਪਾ ਸਕਦਾ ਹੈ? ਇਸ ਕਰਕੇ ਹਜੂਰ ਕਹਿੰਦੇ ਇਹ ਮਾਇਆ ਦਾ ਪ੍ਰਭਾਵ ਇਹੋ ਜਿਹਾ ਹੈ। ਕਰ ਪਰਪੰਚ ਜਗਤ ਕੋ ਡਹਿਕੈ। ਜਗਤ ਨੂੰ ਡਹਿਕੇ ਦਾ ਪਹਿਲਾ ਅਰਥ ਕਿ ਛਲਦਾ ਹੈ, ਜਿਹੜਾ ਹੈ ਜੀਆਂ ਨੂੰ ਠੱਗਣ ਵਾਸਤੇ ਦਿਖਾਵਾ ਕਰਦਾ ਹੈ।
ਫਿਰ ਡਹਿਕਾ ਦਾ ਅਰਥ ਹੈ ਭਟਕਾਉਂਦਾ ਹੈ, ਕਿਉਂਕਿ ਆਪ ਭਟਕਿਆ ਹੋਇਆ ਰਾਹ ਤੋਂ, ਆਪ ਵਾਹਿਗੁਰੂ ਦੇ ਪ੍ਰੇਮ ਦੇ ਮਾਰਗ ਤੇ ਥੋੜੋ ਚੱਲਦਾ ਪਿਆ। ਬਾਹਰੋਂ ਦਿਖਾਵਾ ਤਾਂ ਪ੍ਰੇਮ ਦੇ ਮਾਰਗ ਤੇ ਚੱਲਣ ਵਾਲਾ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਆ, ਅੰਦਰ ਜਿਹੜੀ ਚੀਜ਼ ਚਾਹੀਦੀ ਉਹ ਹੈ ਨਹੀਂ, ਜਿਹੜਾ ਬਾਹਰੋਂ ਬਣ ਕੇ ਦਿਖਾ ਰਿਹਾ ਇਸ ਨੂੰ ਪਰਪੰਚ ਕਿਹਾ ਹੈ, ਕਿਉਂਕਿ ਅੰਦਰੋਂ ਬਾਹਰੋਂ ਇੱਕ ਨਹੀਂ ਹੈ। ਅੰਦਰ ਇੱਛਾ ਮਾਇਆ ਦੀ ਪ੍ਰਾਪਤੀ ਦੀ ਹੈ, ਅੰਦਰ ਇੱਛਾ ਇਸ ਝੂਠੇ ਸਰੀਰ ਦੀ ਵਡਿਆਈ ਦੀ ਹੈ। ਆਪਣੇ ਗੁਣ ਕਿਸੇ ਕੋਲੋਂ ਸੁਣੇ ਤੇ ਬੜਾ ਫੁੱਲਦਾ ਹੈ। ਜੇ ਕਹੇ ਕਿ ਮਹਾਰਾਜ ਦੁਨੀਆ ਹੀ ਤਾਰਤੀ ਤੁਸੀਂ, ਤਾਂ ਮਹਾਰਾਜ ਨਿਹਾਲ ਹੀ ਕਰਤਾ, ਬੜਾ ਫੁੱਲ ਜਾਂਦਾ ਹੈ ਫਿਰ, ਕਿਉਂਕਿ ਸਰੀਰ ਦੀ ਵਡਿਆਈ ਸਮਝ ਰਿਹਾ ਹੈ ਕਿ ਜਗਤ ਮੇਰੇ ਤੇ ਖੁਸ਼ ਹੋਵੇ, ਲੋਕ ਮੈਨੂੰ ਬੜਾ ਮਹਾਨ ਮੰਨਣ, ਜੈ ਜੈਕਾਰਾਂ ਹੀ ਕਰਨ ਮੇਰੀਆਂ। ਸਤਿਗੁਰੂ ਜੀ ਕਹਿੰਦੇ ਪਰ ਇਹਦਾ ਪਰਲੋਕ 'ਚ ਕੀ ਲਾਭ ਹੋਵੇਗਾ? ਪਰਲੋਕ ਦੇ ਅੰਦਰ ਕੋਈ ਇਹਦਾ ਲਾਭ ਨਹੀਂ, ਤੇ ਇਥੇ ਮਨ ਨੂੰ ਚੈਨ ਦਾ ਵੀ ਕੋਈ ਲਾਭ ਨਹੀਂ, ਕਿਉਂਕਿ ਮਨ ਨੂੰ ਤਾਂ ਸੁੱਖ ਮਿਲਣਾ ਹੀ ਨਹੀਂ। ਮਨ ਉਹਦਾ ਅੰਦਰ ਇਦਾਂ ਹੀ ਝੂਰਦਾ ਹੈ, ਬਹੁਤ ਦੁੱਖ ਵਿੱਚ ਦੁਖੀ ਹੁੰਦਾ ਹੈ, ਸੁੱਖ ਵਿੱਚ ਪਦਾਰਥਾਂ 'ਚ ਲਪਟਦਾ ਹੈ, ਸੰਸਾਰ ਨੂੰ ਦਿਖਾਵਾ ਕਰਾਉਂਦਾ ਕਿ ਮੈਂ ਨਿਰਲੇਪ ਹਾਂ, ਮੈਨੂੰ ਦੁੱਖ ਸੁੱਖ ਨਹੀਂ ਵਿਆਪਦਾ। ਪਰ ਮਹਾਰਾਜ ਕਹਿੰਦੇ ਭਾਈ ਉਹਦਾ ਤਾਂ ਆਪਣੇ ਉਦਰ ਦੇ ਭਰਨ ਦੇ ਤਾਈਂ ਹੀ ਇਹ ਸਾਰਾ ਕਾਰਨ ਹੈ। ਬਾਹਰੋਂ ਜਿਹੜਾ ਦਿਖਾਵਾ ਕਰਨਾ ਗੁਰਮੁਖਾਂ ਵਾਲਾ, ਪਰ ਅੰਦਰੋਂ ਗੁਰੂ ਜੀ ਦੀ ਸਿੱਖਿਆ ਨੂੰ ਨੈਕ ਥੋੜਾ, ਜਿਨ੍ਹਾਂ ਵੀ ਆਪ ਨਹੀਂ ਕਮਾਇਆ, ਆਪਣੀ ਦੁਰਮਤ ਨੂੰ ਨਾਸ਼ ਨਹੀਂ ਕੀਤਾ ਨਾਮ ਜਪ ਕਰਕੇ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਮਨ ਢੀਠ ਆਖੇ ਨਹੀਂ ਲੱਗ ਰਿਹਾ, ਮਨ ਜਿਹੜਾ ਉਹ ਢਾਲੀ ਨਹੀਂ ਰਿਹਾ, ਕਿਉਂਕਿ ਇਹ ਮਾਇਆ ਦੇ ਨਸ਼ੇ ਵਿੱਚ ਧੁੱਤ ਪਿਆ ਹੈ। ਪ੍ਰਪੰਚ ਕਰਕੇ ਦਿਖਾਵਾ ਕਰਕੇ ਜਗਤ ਦੇ ਜੀਆਂ ਨੂੰ ਛਲਦਾ ਹੈ, ਰਾਤ ਦਿਨ ਇਹੋ ਜੇ ਕਰਮ ਕਰਦਾ ਹੈ। ਆਪਣੋ ਉਦਰ ਭਰੈ, ਆਪਣੇ ਉਦਰ ਭਰਨ ਦਾ ਪ੍ਰਯੋਜਨ ਹੈ, ਆਪਣੇ ਪੇਟ ਪੂਰਤੀ ਦਾ ਹੀ ਪ੍ਰਯੋਜਨ ਹੈ, ਕੇਵਲ ਵਾਹਿਗੁਰੂ ਦਾ ਪਿਆਰ ਨਹੀਂ ਹੈ ਇਹਦੇ ਕਿਸੇ ਵੀ ਕਰਮ ਵਿੱਚ। ਸਵਾਨ ਪੂਛ ਜਿਉ ਹੋਏ ਨਾ ਸੂਧੋ। ਫਿਰ ਮਹਾਰਾਜ ਸਾਹਿਬ ਜੀ ਇਹ ਮਨ ਇੰਨਾ ਢੀਠ ਕਿਉਂ ਹੈ? ਸਤਿਗੁਰੂ ਜੀ ਪ੍ਰਮਾਣ ਦੇ ਕਰਕੇ ਦੱਸਦੇ ਆ। ਮਹਾਰਾਜ ਕਹਿੰਦੇ ਸਵਾਨ ਪੂਛ ਜਿਉ ਹੋਏ ਨਾ ਸੂਧੋ। ਜਿਹੜਾ ਸਵਾਨ ਕੁੱਤਾ ਹੁੰਦਾ ਨਾ, ਇਹ ਪ੍ਰਮਾਣ ਦਿੰਦੇ ਆ ਦੇਸ਼ ਬੋਲੀ ਦੇ ਅੰਦਰ ਵੀ, ਜਿਹੜਾ ਬਾਹਲਾ ਹੀ ਢੀਠ ਹੋਵੇ ਕਹਿੰਦੇ ਕੁੱਤੇ ਦੀ ਪੂਛ ਹੈ, ਭਾਵ ਇਹ ਇੰਨਾ ਢੀਠ ਆਖੇ ਨਹੀਂ ਲੱਗਦਾ। ਸਤਿਗੁਰੂ ਜੀ ਉਹ ਪ੍ਰਮਾਣ ਦੇ ਕਰਕੇ ਕਹਿੰਦੇ ਆ ਕਿ ਕੁੱਤੇ ਦੀ ਪੂਛ ਦੀ ਤਰ੍ਹਾਂ ਇਹ ਮਨ ਜਿਹੜਾ ਨਾ ਸਿੱਧਾ ਨਹੀਂ ਹੁੰਦਾ, ਇਹਦੇ ਵਿੱਚ ਵਕਾਰਾਂ ਰੂਪੀ ਵਲ ਪਏ ਰਹਿੰਦੇ ਆ। ਸਿੱਧਾ ਹੋਣਾ ਕੀ ਹੈ? ਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਚੱਲ ਪੈਣਾ। ਅੱਛਾ, ਮਨਾਂ ਦੇ ਪਿੱਛੇ ਨਹੀਂ ਕਮਾਇਆ, ਅੱਜ ਤੋਂ ਹੀ ਉਪਦੇਸ਼ ਮਨ ਵਿੱਚ ਧਾਰਨ ਕਰ ਲੈ। ਜਦੋਂ ਇਹ ਸਿੱਧਾ ਹੋਣ ਲੱਗਦਾ ਨਾ, ਗੁਰੂ ਜੀ ਦੇ ਉਪਦੇਸ਼ ਦੇ ਸਨਮੁਖ ਹੋਣ ਲੱਗਦਾ ਹੈ, ਫਿਰ ਜਦੋਂ ਸੰਸਾਰ ਵਿੱਚ ਵਿਚਰਦਾ ਹੈ, ਵਕਾਰ ਭਾਵ ਆਉਂਦੇ ਸਾਹਮਣੇ, ਉਸੇ ਤਰ੍ਹਾਂ ਦਾ ਹੀ ਵਲ ਪਿਆ ਹੁੰਦਾ। ਫਿਰ ਇਹਦੇ ਅੰਦਰ ਗੁਰੂ ਜੀ ਦੇ ਸਨਮੁਖ ਹੋਣਾ ਇਹਨੂੰ ਭੁੱਲ ਹੀ ਜਾਂਦਾ, ਮਹਾਰਾਜ ਅੰਗ ਸੰਗ ਇਹਨੂੰ ਭੁੱਲ ਹੀ ਜਾਂਦਾ, ਚੇਤਾ ਨੇਤਰ ਰੂਪ ਵੇਖਣ ਲੱਗ ਜਾਂਦੇ ਆ। ਉਸੇ ਸਮੇਂ ਵਕਾਰਾਂ ਦਾ ਵਲ ਫੇਰ ਪ੍ਰਗਟ ਹੋ ਜਾਂਦਾ ਹੈ। ਜਿਵੇਂ ਕਹਿੰਦੇ ਆ ਕਿਸੇ ਨੇ 12 ਸਾਲ ਕੁੱਤੇ ਦੀ ਪੂਛ ਜਿਹੜੀ ਸੀ ਨਾ ਵੰਝਲੀ ਵਿੱਚ ਪਾ ਛੱਡੀ ਸੀ, ਤੇ ਉਹਨੇ ਕਿਹਾ ਹੁਣ 12 ਸਾਲ ਹੋ ਗਏ, ਹੁਣ ਤਾਂ ਸਿੱਧੀ ਹੋ ਗਈ ਹੋਣੀ ਹੈ। ਤੇ ਫਿਰ ਕਹਿੰਦੇ ਜਦੋਂ ਵੰਝਲੀ 'ਚ ਕੱਢੀ ਤੇ ਫਿਰ ਕੁੰਡ ਦੇ ਕੁੰਡ ਪਿਆ, ਵਲ ਪਿਆ ਉਸੇ ਤਰ੍ਹਾਂ ਹੀ। ਕਹਿੰਦੇ ਆ ਜਿਹੜੇ ਹੋਰ ਸਾਧਨ ਕਰਨੇ ਆ ਨਾ, ਇਹ ਸਾਧਨਾ ਰੂਪੀ ਵੰਝਲੀ ਵਿੱਚ ਇਸ ਮਨ ਰੂਪੀ ਪੂਛ ਨੂੰ ਪਾ ਛੱਡੋ, ਭਾਵੇਂ ਸਾਰੀ ਜ਼ਿੰਦਗੀ ਪਾ ਛੱਡੋ। ਜਦੋਂ ਸਾਧਨ ਕਰਨੇ ਛੱਡਦੇ, ਭਾਵ ਵੇਖੇ ਕਿ ਹੁਣ ਤਾਂ ਮਨ ਮੇਰਾ ਢਲ ਗਿਆ ਹੋਣਾ ਹੈ ਪ੍ਰੇਮ ਦੇ ਅੰਦਰ, ਫਿਰ ਉਸੇ ਤਰ੍ਹਾਂ ਦਾ ਹੀ ਵਕਾਰ, ਫਿਰ ਉਸੇ ਤਰ੍ਹਾਂ ਦੇ ਫੁਰਨੇ। ਦਸਮ ਦਵਾਰ ਵਿੱਚ ਵੀ ਸੁਰਤੀਆਂ ਚਾੜ ਚਾੜ ਕੇ ਡੋਲ ਜਾਂਦੇ ਸੀ ਸਿੱਧ ਪੁਰਖ, ਕਿਉਂਕਿ ਮਹਾਰਾਜ ਕਹਿੰਦੇ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੈ, ਸਵਾਨ ਪੂਛ ਜਿਉ ਹੋਏ ਨਾ ਸੂਢੋ। ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਨਾ ਹੁੰਦੀ, ਮਨ ਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਸਿੱਧਾ ਹੋ ਕੇ ਨਹੀਂ ਚੱਲਦਾ। ਇਹ ਤਾਂ ਫਿਰ ਇਹਦੀ ਹਾਲਤ ਇਹ ਹੈ ਕਿ ਟੇਢੀ ਪਾਗ ਟੇਢੇ ਚਲੇ ਲਾਗੇ ਵੀਰੇ ਖਾਨ, ਚਲਤ ਕਤ ਟੇਢੇ ਟੇਢੇ ਟੇਢੇ। ਮਹਾਰਾਜ ਕਹਿੰਦੇ ਕਿਉਂ ਟੇਢਾ ਹੀ ਚੱਲਦਾ ਹਰ ਵੇਲੇ? ਇਹ ਗੁਰੂ ਜੀ ਦੀ ਸਿੱਖਿਆ ਮੁਤਾਬਕ ਨਹੀਂ ਚੱਲਦਾ। ਦਿੰਦਾ ਸੰਸਾਰ ਨੂੰ ਉਪਦੇਸ਼
ਤੇ ਆਪ ਸਤਿਗੁਰੂ ਦੀ ਸਿੱਖਿਆ ਮੁਤਾਬਕ ਆਪਣੇ ਜੀਵਨ ਨੂੰ ਨਹੀਂ ਜਿਉਂਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੁੱਤੇ ਦੀ ਪੂਛ ਵਰਗੀ ਹਾਲਤ ਹੈ, ਜਿਵੇਂ ਉਹ ਸਿੱਧੀ ਨਹੀਂ ਨਾ ਹੁੰਦੀ, ਵਾਲ ਉਹਦੇ ਵਿੱਚ ਉਵੇਂ ਹੀ ਰਹਿੰਦਾ, ਇਵੇਂ ਇਹ ਮਨ ਜਿਹੜਾ ਹੈ ਔਗਣਾਂ ਦੇ ਵਲ ਪਏ ਹੋਏ ਆ, ਵਕਾਰਾਂ ਦੇ, ਪਦਾਰਥਾਂ ਦੇ, ਸੁੱਖਾਂ ਦੇ, ਖਾਣ ਦੇ ਰਸਾਂ ਦੇ, ਲੋਭ ਦੇ, ਇਹ ਵਲ ਪਏ ਹੋਏ ਦੇ ਅੰਦਰ। ਤੇ ਮਹਾਰਾਜ ਕਹਿੰਦੇ ਗੁਰੂ ਜੀ ਦੇ ਪਿਆਰ ਦੇ ਵਿੱਚ ਸਿੱਧਾ ਨਹੀਂ ਹੁੰਦਾ, ਸਤਿਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਸਿੱਧੇ ਗੁਰਮੁਖ ਗਾਡੀ ਰਸਤੇ ਤੇ ਨਹੀਂ ਚੱਲਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਕੁੱਤੇ ਦੀ ਪੂਛ ਵਰਗੀ ਇਹਦੀ ਹਾਲਤ ਹੈ, ਵਕਾਰ ਔਗਣਾਂ ਦੇ ਵਾਲੇ ਦੇ ਪੰਦਰ ਪਏ ਰਹਿੰਦੇ ਆ। ਕਹਿਓ ਨਾ ਕਾਨ ਧਰੈ। ਜਿਹੜਾ ਕਿਹਾ ਹੋਇਆ ਨਾ ਪੂਰੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼, ਉਹਦੇ ਵੱਲ ਕੰਨ ਹੀ ਨਹੀਂ ਧਰਦਾ, ਧਿਆਨ ਹੀ ਨਹੀਂ ਧਰਦਾ। ਧਿਆਨ ਕਿਤੇ ਹੋਰ ਹੀ ਇਹਦਾ ਗਿਆ ਰਹਿੰਦਾ, ਕਥਾ ਦੇ ਸੁਣਦਿਆਂ ਵੀ, ਕੀਰਤਨ ਦੇ ਸੁਣਦਿਆਂ ਵੀ, ਚਾਹੇ ਆਪਣੇ ਜੀ 'ਚ ਸਤਸੰਗਤ ਕਰ ਰਿਹਾ ਹੈ, ਪਰ ਮਨ ਇਹਨੂੰ ਸੰਗਤ ਕਰਨ ਹੀ ਨਹੀਂ ਦਿੰਦਾ, ਮਨ ਇਹਨੂੰ ਉਪਦੇਸ਼ ਸੁਣਨੀ ਨਹੀਂ ਦਿੰਦਾ, ਕੀਰਤਨ ਸੁਣਨੀ ਨਹੀਂ ਦਿੰਦਾ। ਸੱਚੇ ਪਾਤਸ਼ਾਹ ਕਹਿੰਦੇ ਕਹਿਓ ਨਾ ਕਾਨ ਧਰੈ। ਗੁਰੂ ਜੀ ਦਾ ਕਿਹਾ ਹੋਇਆ ਉਪਦੇਸ਼ ਉਹਦੇ ਵੱਲ ਕੰਨ ਹੀ ਨਹੀਂ ਧਰਦਾ, ਧਿਆਨ ਹੀ ਨਹੀਂ ਧਰਦਾ। ਕਥਾ 'ਚ ਵੀ ਆ ਕੇ ਗੱਲਾਂ ਹੀ ਕਰਦੇ ਰਹਿਣਾ, ਕੀਰਤਨ 'ਚ ਵੀ ਗੱਲਾਂ ਹੀ ਕਰਦੇ ਰਹਿਣਾ, ਤੇ ਉੱਠ ਕੇ ਚਲੇ ਹੀ ਜਾਣਾ। ਕਿਸੇ ਸਰੋਤੇ ਨੇ ਜਦੋਂ ਸਾਹਮਣੇ ਬੈਠਾ ਸਰੋਤਾ ਬਣ ਕੇ ਸੁਣੇ ਨਾ, ਤਾਂ ਫਿਰ ਤਾਂ ਉਹਨੂੰ ਪ੍ਰੀਤ ਹੁੰਦੀ ਹੈ, ਪਰ ਜਿਨ ਅੰਦਰ ਪ੍ਰੇਮ ਹੈ ਨਹੀਂ, ਸਰੋਤਾ ਨਹੀਂ ਬਣਿਆ, ਘੜੀ ਪਲ ਉੱਥੇ ਬੈਠਾ ਬਗਤੇ ਦੇ ਸਾਹਮਣੇ ਉੱਠ ਕੇ ਜਾਣਾ, ਇਹਦਾ ਅਰਥ ਇਹ ਹੁੰਦਾ ਹੈ ਕਿ ਮਨ ਨਹੀਂ ਟਿਕਣ ਦਿੰਦਾ, ਮਨ ਸੁਣਨ ਨਹੀਂ ਦਿੰਦਾ ਹੈ ਥੋੜਾ ਜਿੰਨਾ ਵੀ। ਕਿਉਂਕਿ ਮਹਾਰਾਜ ਨੇ ਆਰੰਭ 'ਚ ਹੀ ਕਿਹਾ ਨਾ, ਯੈ ਮਨ ਨਾਇਕ ਨਾ ਕਹਿਓ ਕਰੈ। ਇਹ ਮਨ ਨਾਇਕ ਥੋੜਾ ਜਿੰਨਾ ਵੀ ਕਿਹਾ ਹੋਇਆ ਉਪਦੇਸ਼ ਨਹੀਂ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਕਹਿਓ ਨਾ ਕਾਨ ਧਰੈ। ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ ਉਪਦੇਸ਼ ਉਹਦੇ ਵੱਲ ਕੰਨ ਹੀ ਨਹੀਂ ਧਰਦਾ। ਕੰਨ ਦਾ ਅਰਥ ਭਾਵ ਧਿਆਨ ਨਹੀਂ ਕਰਦਾ, ਧਿਆਨ ਨਾਲ ਸੁਣਦਾ ਨਹੀਂ ਹੈ, ਸੁਣਦਿਆਂ ਹੋਇਆਂ ਵੀ ਫੁਰਨਿਆਂ 'ਚ ਰੁੜਿਆ ਰਹਿੰਦਾ ਹੈ, ਸੁਣਾਈ ਨਹੀਂ ਇਹਨੂੰ ਦਿੰਦਾ। ਕਿਉਂਕਿ ਮਹਾਰਾਜ ਨੇ ਕਿਹਾ ਨਾ ਕਿ ਜਿਹੜਾ ਭਾਈ ਨਾਮ ਨੂੰ ਭੁੱਲ ਜਾਂਦਾ ਹੈ, ਮਾਇਆ ਦੇ ਵਿੱਚ ਗਲਤਾਨ ਹੁੰਦਾ ਹੈ, ਉਹਦੀ ਹਾਲਤ ਹੈ ਮਾਇਆ ਧਾਰੀ ਅਤ ਅੰਨਾ ਬੋਲਾ। ਉਹ ਅੰਨਾ ਵੀ ਹੈ ਤੇ ਬੋਲਾ ਵੀ ਹੈ। ਭਰਮ ਦੇ ਫੋਲੇ ਪੈ ਗਏ ਮਨ ਬੁੱਧ ਨੇਤਰਾਂ ਦੇ ਅੰਦਰ, ਤੇ ਕੰਨਾਂ ਦੇ ਵਿੱਚ ਉਹਨੇ ਵਕਾਰਾਂ ਰੂਪੀ ਬੁੱਝੇ ਦੇ ਛੱਡੇ ਹੈ, ਨਾ ਉਹਨੂੰ ਸੁਣਾਈ ਦਿੰਦਾ ਨਾ ਦਿਖਾਈ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿਹਾ ਹੋਇਆ ਸਤਿਗੁਰੂ ਜੀ ਦਾ ਉਪਦੇਸ਼ ਹੈ, ਉਹਨੂੰ ਇਹ ਕੰਨ ਹੀ ਨਹੀਂ ਧਰਦਾ, ਧਿਆਨ ਹੀ ਨਹੀਂ ਦਿੰਦਾ। ਪ੍ਰੇਮ ਕਿੱਥੋਂ ਲੱਗੇਗਾ, ਕਿਵੇਂ ਦੁਰਮਤ ਟਲੇਗੀ, ਕਿਵੇਂ ਮਹਾਰਾਜ ਕਹਿੰਦੇ ਭਾਈ ਇਹਦੇ ਅੰਦਰੋਂ ਵਕਾਰ ਨਾਸ਼ ਹੋਣਗੇ। ਇਹ ਤਾਂ ਕਿਹਾ ਹੋਇਆ ਉਪਦੇਸ਼ ਪੂਰੇ ਗੁਰੂ ਜੀ ਦਾ, ਉਹਦੇ ਵੱਲ ਕੰਨ ਧਰ ਕੇ ਧਿਆਨ ਦੇ ਕੇ ਨਹੀਂ ਸੁਣਦਾ, ਮਨ ਵਿੱਚ ਨਹੀਂ ਧਾਰਨ ਕਰਦਾ। ਕਹੋ ਨਾਨਕ ਭਜ RAM ਨਾਮ ਨਿਤ। ਸੱਚੇ ਪਾਤਸ਼ਾਹ ਮਹਾਰਾਜ ਫਿਰ ਕੀ ਕਰਨਾ ਚਾਹੀਦਾ ਹੈ? ਹਜੂਰ ਕਹਿੰਦੇ ਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਵਾਂ ਸਰੂਪ ਸਤਿਗੁਰੂ ਜੀ, ਕਹੋ ਨਾਨਕ ਭਜ RAM ਨਾਮ ਨਿਤ। ਨਿਤਾ ਪ੍ਰਤੀ ਨਿਯਮ ਬਣਾ ਕਰਕੇ ਨਾ ਰਾਮ ਦੇ ਨਾਮ ਦਾ ਮਹਾਰਾਜ ਕਹਿੰਦੇ ਭਜਨ ਕਰਿਆ ਕਰੋ। ਨਹੀਂ ਵੀ ਚਿੱਤ ਲੱਗਦਾ ਨਾ, ਚਿੱਤ ਇਸੇ ਕਰਕੇ ਨਹੀਂ ਲੱਗਦਾ ਕਿ ਮਾਇਆ ਨੇ ਨਸ਼ਾ ਚਾੜ ਛੱਡਿਆ। ਮਨ ਜਿਹੜਾ ਹੈ ਨਾ, ਇਹ ਮਾਇਆ ਨੇ ਬਰਮਾ ਦਿੱਤਾ, ਭਰਮਾ ਦਿੱਤਾ, ਜਿਸ ਕਰਕੇ ਨਾਮ ਮਿੱਠਾ ਨਹੀਂ ਲੱਗਣ ਦਿੰਦੀ ਇਹ ਮਾਇਆ। ਤੇ ਫਿਰ ਜੀਵ ਇਸੇ ਕਰਕੇ ਭਜਨ ਨਹੀਂ ਕਰਦੇ, ਨਾਮ ਨਹੀਂ ਜਪਦੇ, ਕਿਉਂਕਿ ਮਨ ਨੂੰ ਕਾਬੂ ਉਹ ਹੀ ਕਰ ਸਕਦਾ ਜਿਹੜਾ ਭਾਈ ਪੂਰੇ ਗੁਰੂ ਜੀ ਦੇ ਕਹੇ ਉਪਦੇਸ਼ ਮੁਤਾਬਕ ਚੱਲਦਾ। ਮਹਾਰਾਜ ਕਹਿੰਦੇ ਨੇ ਇਹ ਜੇ ਦੁਰਮਤ ਟਾਲਣੀ ਚਾਹੁੰਦੇ ਆ ਕਿ ਸਿੱਖਿਆ ਦੇ ਮੁਤਾਬਕ ਗੁਰੂ ਜੀ ਦੇ ਕਹੇ ਹੋਏ ਉਪਦੇਸ਼ ਦੇ ਮੁਤਾਬਕ ਮਨ ਢਲ ਜਾਵੇ, ਤੇ ਫਿਰ ਸਤਿਗੁਰੂ ਜੀ ਦਾ ਉਪਦੇਸ਼ ਹੈ ਕਹੋ ਨਾਨਕ ਭਜ RAM ਨਾਮ ਨਿਤ। RAM ਦੇ ਨਾਮ ਨੂੰ ਜੋ ਰਮਿਆ ਹੋਇਆ ਨਾ ਮੇਰਾ ਵਾਹਿਗੁਰੂ, ਉਹਦੇ ਨਾਮ ਨੂੰ ਮਹਾਰਾਜ ਕਹਿੰਦੇ ਭਾਈ ਨਿਤ ਉਹਦੇ ਨਾਮ ਦਾ ਭਜਨ ਕਰੋ। ਵਾਹਿਗੁਰੂ ਵਾਹਿਗੁਰੂ ਜਪੋ ਪਿਆਰ ਲਾ ਕਰਕੇ, ਜਾਤੇ ਕਾਜ ਸਰੈ। ਜਿਸ ਕਰਕੇ ਤੇਰੇ ਸਾਰੇ ਹੀ ਕਾਰਜ ਸੌਰ ਜਾਣਗੇ। ਸਭ ਤੋਂ ਵੱਡਾ ਕਾਰਜ ਕੀ ਹੈ? ਮਹਾਰਾਜ ਕਹਿੰਦੇ ਤੂੰ ਆਇਆ ਸੰਸਾਰ ਦੇ ਅੰਦਰ ਜਨਮ ਲੈ ਕਰਕੇ, ਇਹ ਤੈਨੂੰ ਜਨਮ ਪਦਾਰਥ ਪ੍ਰਾਪਤ ਹੋਇਆ ਹੈ, ਤੇ ਕੰਮ ਕੀ ਕਰਨ ਆਇਆ ਇਸ ਸੰਸਾਰ ਦੇ ਅੰਦਰ? ਮਹਾਰਾਜ ਕਹਿੰਦੇ ਨਾਮ ਦਾ ਕਰਮ ਕਰਨ ਵਾਸਤੇ।
ਨਾਮ ਦੇ ਜਪਣ ਦਾ ਕਰਮ ਕਰਨ ਵਾਸਤੇ ਤੂੰ ਇਸ ਸੰਸਾਰ ਦੇ ਅੰਦਰ ਆਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਨਾ ਕਿ ਅਵਰ ਕਾਜ ਤੇਰਾ ਕਿਤੈ ਨਾ ਕਾਮ। ਮਹਾਰਾਜ ਕਹਿੰਦੇ ਹੋਰ ਸਾਰੇ ਕੰਮ ਤੇਰੇ ਕਿਸੇ ਵੀ ਕੰਮ ਨਹੀਂ ਆਉਣਗੇ, ਤੇਰਾ ਕੁਝ ਸਵਾਰ ਨਹੀਂ ਸਕਣਗੇ। ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਮਿਲ ਕਰਕੇ ਕੇਵਲ ਨਾਮ ਨੂੰ ਜਪ। ਮਹਾਰਾਜ ਨੇ ਸਤਿਗੁਰਾਂ ਜੀ ਨੇ ਕਿੰਨੀ ਸਿੱਖਿਆ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ਼੍ਰੀ ਮਾਤਾ ਨਾਨਕੀ ਜੀ ਨੂੰ ਆਖਿਆ ਸੀ, ਮਾਤਾ ਜੀ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮਹਾਰਾਜ ਕਹਿੰਦੇ ਮਾਤਾ ਜੀ ਸਾਰੇ ਜੰਜਾਲਾਂ ਨੂੰ ਛੱਡ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ, ਕਿਉਂਕਿ ਜੋ ਉਪਜਿਆ ਹੈ ਇਹ ਸਭ ਕੁਝ ਬਿਨਸਣ ਵਾਲਾ ਹੈ, ਨਾਸ਼ ਹੋ ਜਾਣ ਵਾਲਾ ਹੈ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਗਿਆਸੂ ਜਿਹੜੇ ਆ ਨਾ ਉਹਨਾਂ ਨੂੰ ਮਹਾਰਾਜ ਸਿੱਖਿਆ ਦਿੰਦੇ ਆ। ਸ਼ਬਦ ਦੇ ਅਖੀਰ ਵਿੱਚ ਉਹਨਾਂ ਦੇ ਮਨ ਦੀ ਹਾਲਤ ਪ੍ਰਗਟ ਕਰਕੇ ਮਹਾਰਾਜ ਰਸਤਾ ਵੀ ਦੱਸਦੇ ਆ ਉੱਥੋਂ ਨਿਕਲਣ ਦਾ। ਮਹਾਰਾਜ ਕਹਿੰਦੇ ਨੇ ਰਾਮ ਦੇ ਨਾਮ ਦਾ ਨਿਤਾ ਪ੍ਰੇਮ ਲਾ ਕੇ ਭਜਨ ਕਰੋ, ਉਹ ਦੂਰ ਨਹੀਂ ਹੈ, ਉਹ ਨੇੜੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਦਿਨ ਦੁਰਮਤ ਟਲ ਗਈ, ਜਿਸ ਦਿਨ ਅੰਦਰੋਂ ਨਸ਼ਾ ਉਤਰ ਗਿਆ, ਉਸੇ ਦਿਨ ਹੀ ਵਾਹਿਗੁਰੂ ਦਾ ਸਪਰਸ਼ ਮਿਲਣ ਲੱਗ ਜਾਣਾ। ਵਾਹਿਗੁਰੂ ਦੂਰ ਨਹੀਂ, ਉਹ ਤਾਂ ਸਵਾਸਾਂ ਤੋਂ ਵੀ ਨੇੜੇ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਨਿਤਾ ਪ੍ਰਤੀ ਭਜਨ ਕਰੇਗਾ ਨਾ ਪ੍ਰੇਮ ਲਾ ਕਰਕੇ, ਫਿਰ ਤੇਰਾ ਇਹ ਜਨਮ ਦਾ ਮਿਲਿਆ ਹੋਇਆ ਕੰਮ ਜਿਹੜਾ ਹੈ ਨਾ ਕਾਰਜ ਇਹ ਸੌਰ ਜਾਏਗਾ। ਕਿਉਂਕਿ ਤੂੰ ਆਇਓ ਸੁਣਨ ਪੜਨ ਕੋ ਬਾਣੀ। ਪੜਨ ਤੇ ਸੁਣਨ ਵਾਸਤੇ ਕੀ, ਬਾਣੀ ਦੇ ਪੜਨ ਤੇ ਸੁਣਨ ਨੂੰ ਆਇਆ ਸੰਸਾਰ ਦੇ ਅੰਦਰ। ਵਾਹਿਗੁਰੂ ਦੇ ਨਾਮ ਦੇ ਜਪਣ ਦਾ ਕਾਰਜ ਲੈ ਕਰਕੇ ਆਇਆ ਸੰਸਾਰ ਦੇ ਅੰਦਰ। ਇਸ ਕਰਕੇ ਤੇਰੇ ਮਨੁੱਖਾ ਜਨਮ ਦੇ ਸਫਲਾ ਹੋਣ ਦਾ ਵੱਡਾ ਕਾਰਜ ਹੈ, ਇਹ ਤੇਰਾ ਕਾਰਜ ਸਫਲ ਜਾਵੇਗਾ। ਫਿਰ ਮਹਾਰਾਜ ਕਹਿੰਦੇ ਤੇਰੀ ਇਹ ਯਾਤਰਾ, ਤੂੰ ਯਾਤਰਾ 'ਚ ਤੁਰਿਆ ਮਾਤਾ ਦੇ ਉਧਰ ਤੋਂ ਜਨਮ ਲੈ ਕਰਕੇ, ਫਿਰ ਖਬਰੇ ਕਿੰਨੀ ਕੁ ਯਾਤਰਾ ਤੂੰ ਕੀਤੀ ਹੈ 84 ਲੱਖ ਜੂਨਾਂ 'ਚ ਭਟਕਦਿਆਂ ਹੋਇਆਂ। ਤੇ ਜੇ ਤੂੰ ਨਾਮ ਜਪਿਆ ਨਾ ਤੇਰਾ ਵੱਡਾ ਕੰਮ ਪੂਰਾ ਹੋ ਜਾਏਗਾ। ਜਾ ਤੇ ਕਾਜ ਸਰੈ, ਕਿਹੜਾ ਕਾਰਜ ਸੌਰ ਜਾਏਗਾ, ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ। ਆਉਣ ਜਾਣ ਤੋਂ ਰਹਿ ਜਾਏਗਾ ਤੇ ਫਿਰ ਤੇਰਾ ਵੱਡਾ ਹੀ ਕਾਰਜ ਸੌਰ ਜਾਏਗਾ। ਜੇ ਤੂੰ ਨਾਮ ਜਪੇਗਾ ਫਿਰ ਮਹਾਰਾਜ ਕਹਿੰਦੇ ਜਿਹੜੇ ਤੇਰੇ ਸੰਸਾਰ ਦੇ ਕੰਮ ਮੈਂ ਇਹ ਵੀ ਸਾਰੇ ਸਰ ਜਾਣਗੇ, ਪੂਰੇ ਹੋ ਜਾਣਗੇ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ। ਇਹ ਵੀ ਤੇਰੇ ਸਾਰੇ ਹੀ ਕੰਮ ਮਹਾਰਾਜ ਕਹਿੰਦੇ ਵਾਹਿਗੁਰੂ ਪੂਰੇ ਕਰ ਦੇਵੇਗਾ। ਸੰਸਾਰ 'ਚ ਕੋਈ ਕੰਮ ਤੇਰਾ ਅਧੂਰਾ ਨਹੀਂ ਰਹੇਗਾ। ਪਰਲੋਕ ਦੇ ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ। ਵੇਖ ਵਾਹਿਗੁਰੂ ਦਾ ਨਾਮ ਜਪ ਲੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਸਿੱਖਿਆ ਦਿੱਤੀ ਹੈ। ਤੋ 2 ਸ਼ਬਦ ਦੇਵ ਗੰਧਾਰੀ ਰਾਗ ਦੇ ਹੋਰ ਹਨ, ਉਹ ਆਪਾਂ ਕੱਲ ਨੂੰ ਅੱਗੇ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਗਰੀਬ ਨਵਾਜ ਜੀ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਬੇਅੰਤ ਭੁੱਲਾਂ ਦੀਆਂ ਮਹਾਰਾਜ ਮਾਫੀ ਬਖਸ਼ਣੀ। ਅੱਗੇ ਵਾਸਤੇ ਸੱਚੇ ਪਾਤਸ਼ਾਹ ਸਮਤ ਬਖਸ਼ਣੀ। ਆਪਣੇ ਨਾਮ ਦੇ ਜਪਣ ਦਾ ਪਿਆਰ ਬਖਸ਼ਿਸ਼ ਕਰਨਾ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਸਵਾਨ ਪੂਛ ਜਿਉ ਹੋਏ ਨ ਸੁਧੋ, ਕਹਿਓ ਨਾ ਕਾਨ ਤਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ।
ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।